ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਆਪਾਂ ਆਪਣਾ ਜੇਲ੍ਹ ਸੁਪਰਡੈਂਟ ਦੇ ਵਾਸਤੇ ਲਾਸਟ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਅੱਗੇ, ਜਿਹੜਾ ਕਿ ਆਪਾਂ ਪ੍ਰੋਟੋਕੋਲ ਕਰ ਰਹੇ ਹਾਂ। ਲਾਸਟ ਆਪਾਂ ਇੱਕ ਮਾਡਲ ਕੀਤਾ ਸੀ ਰਾਜੇ OSI ਮਾਡਲ, ਉਹਦੀਆਂ ਲੇਅਰਸ ਬਹੁਤ ਇੰਪੋਰਟੈਂਟ ਨੇ। ਅਤੇ ਨਾਲ ਹੀ ਆਪਾਂ ਅੱਜ ਕਰਾਂਗੇ TCP IP ਮਾਡਲ। ਅਤੇ ਇਹਦੇ ਬਾਰੇ ਵੀ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਾਹਦੇ ਵਾਸਤੇ ਯੂਜ਼ ਹੁੰਦਾ ਅਤੇ ਇਹਦੇ ਵਿੱਚ ਕਿੰਨੇ ਟਾਈਪ ਦੀਆਂ ਲੇਅਰਸ ਹੁੰਦੀਆਂ ਨੇ। ਅਤੇ ਇਸ ਤੋਂ ਪਹਿਲਾਂ ਆਪਣੇ ਵੀਡੀਓ ਜ਼ਰੂਰ ਐਂਡ ਤੱਕ ਦੇਖਿਓ। ਐਂਡ ਦੇ ਵਿੱਚ ਮੈਂ ਦੱਸਾਂਗਾ ਤੁਹਾਨੂੰ ਜਿਹੜੇ ਇੱਕ ਦੋ ਟੌਪਿਕ ਤੁਸੀਂ ਆਪਣੇ ਲੈਵਲ 'ਤੇ ਵੀ ਕੰਪਲੀਟ ਕਰਨੇ ਨੇ, ਕਿਉਂਕਿ ਰਾਜੇ ਟਾਈਮ ਘੱਟ ਸੀਗਾ ਮੇਰੇ ਕੋਲ, ਸ਼ਡਿਊਲ ਬਿਜ਼ੀ ਹੋਣ ਕਰਕੇ ਮੈਂ ਤੁਹਾਨੂੰ ਉਹ ਕਰਵਾ ਨਹੀਂ ਪਾਇਆ। ਪਰ ਮੈਂ ਬਹੁਤ ਕੋਸ਼ਿਸ਼ ਕੀਤੀ ਸੀਗੀ, ਠੀਕ ਹੈ। ਅਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਥੋੜ੍ਹੇ ਬਹੁਤੇ MCQ ਹੋਰ ਕਰਵਾ ਦੇਵਾਂ। ਟਾਈਮ ਦੀ ਪ੍ਰੋਬਲਮ ਸੀਗੀ ਜਸਟ, ਇਸ ਕਰਕੇ ਥੋੜ੍ਹਾ ਜਿਹਾ ਕੀ ਹੋਇਆ, ਆਪਣਾ ਸਿਲੇਬਸ ਵਗੈਰਾ ਘੱਟ ਹੋਇਆ। ਪਰ ਫਿਰ ਵੀ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਸੈਲਫ ਸਟੱਡੀ ਮਸਟ ਹੈ। ਕਿਸੇ 'ਤੇ ਵੀ 101% ਡਿਪੈਂਡੈਂਟ ਨਾ ਹੋਇਆ ਕਰੋ। ਕਿਸੇ ਵੀ, ਚਾਹੇ YouTube ਚੈਨਲ ਹੈ ਕੋਈ, ਚਾਹੇ ਕੋਈ ਟੀਚਰ ਹੈ, ਚਾਹੇ ਕੋਈ ਸੋਰਸ ਹੈ, ਤਾਂ ਵੱਖਰੀ ਵੱਖਰੀ ਥਾਂ ਤੋਂ ਪੜ੍ਹ ਲਈਦਾ ਹੁੰਦਾ। ਚਲੋ ਮੈਂ ਤੁਹਾਨੂੰ ਫਿਰ ਵੀ ਕੋਸ਼ਿਸ਼ ਕੀਤੀ ਸੀਗੀ, ਅਤੇ ਇਹ ਹੁਣ ਤੁਸੀਂ ਕਵਰ ਕਰਨਾ TCP IP ਅੱਜ ਦੀ ਵੀਡੀਓ ਦੇ ਵਿੱਚ। ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਗੱਲ ਕਰਦੇ ਹੁਣ ਆਪਾਂ, ਜਿਹੜਾ ਆਪਾਂ ਕੱਲ੍ਹ ਪੜ੍ਹਿਆ ਸੀ ਰਾਜੇ, ਉਹ ਸੀਗਾ OSI ਓਪਨ ਸਿਸਟਮ ਇੰਟਰਕਨੈਕਸ਼ਨ। ਹੁਣ TCP IP ਕੀ ਹੈ ਬੇਸਿਕਲੀ ਰਾਜੇ, ਦੋ ਪ੍ਰੋਟੋਕੋਲ ਨੂੰ ਮਿਲਾ ਕੇ ਬਣਾਇਆ ਗਿਆ ਹੈ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਅਤੇ ਇੰਟਰਨੈਟ ਪ੍ਰੋਟੋਕੋਲ, ਠੀਕ ਹੈ। ਤਾਂ ਕਈ ਵਾਰ ਤਾਂ ਇਹਨਾਂ ਦੀ ਫੁੱਲ ਫਾਰਮ ਹੀ ਪੁੱਛ ਲੈਂਦੇ ਆ ਡਾਇਰੈਕਟ ਕਿ TCP ਸਟੈਂਡਸ ਫॉर ਜਾਂ IP ਸਟੈਂਡਸ ਫॉर। ਉਹ ਤਾਂ ਸਾਨੂੰ ਮਤਲਬ ਕਿ ਇੰਨਾ ਈਜ਼ੀ ਨਹੀਂ ਆਉਣ ਲੱਗਾ ਪੇਪਰ ਦੇ ਵਿੱਚ, ਪਰ ਆਪਾਂ ਫਿਰ ਵੀ ਬੇਸਿਕ ਕਰਕੇ ਜਾਣਾ। ਇਸ ਤੋਂ ਬਾਅਦ ਦਾ ਕੰਮ ਕੀ ਹੈ, TCP ਦਾ ਕੰਮ ਜਾਂ IP ਦਾ ਕੰਮ ਕੀ ਹੈ ਰਾਜੇ। ਜਦੋਂ ਮੰਨ ਲਓ ਦੋ ਨੈਟਵਰਕ ਹੈ, ਨੈਟਵਰਕ ਦਾ ਮਤਲਬ ਕਿ ਇੱਕ ਮੇਰੇ ਕੋਲ ਲੈਨ ਲੱਗਾ ਹੋਇਆ ਹੈ, ਇੱਕ ਲੈਨ ਹੋਰ ਲੱਗਾ ਹੋਇਆ, ਇਹਨਾਂ ਦੋਵਾਂ ਦੇ ਵਿੱਚ ਆਪਸ ਦੇ ਵਿੱਚ ਡਾਟਾ ਕਿਵੇਂ ਸ਼ੇਅਰ ਹੋਊਗਾ, ਠੀਕ ਹੈ। ਜਾਂ ਲੈਨ ਦੇ ਨਾਲ ਕੀ ਲੱਗਾ ਹੋਇਆ, ਵੈਨ ਲੱਗਾ ਹੋਇਆ, ਕੋਈ ਵੀ ਮਤਲਬ ਕਿ ਦੋ ਨੈਟਵਰਕ ਹੈਗੇ ਆ ਜਿਹੜੇ ਆਪਸ ਦੇ ਵਿੱਚ ਡਾਟਾ ਸ਼ੇਅਰ ਕਰਨਗੇ, ਉਹ ਕਿਵੇਂ ਕਰਨਗੇ, ਠੀਕ ਹੈ। ਉਹਨਾਂ ਦੀ ਡਾਟਾ ਜਿਹੜਾ ਸੈਂਡ ਕਰ ਰਹੇ ਆਪਾਂ ਪੈਕਟ ਦੀ ਫਾਰਮ ਦੇ ਵਿੱਚ, ਉਹ ਉਹਨਾਂ ਦੀ ਰਾਊਟਿੰਗ ਕਿਵੇਂ ਹੋਊਗੀ, ਸਾਰਾ ਕੁਛ ਮਤਲਬ ਇਹਦੇ ਵਿੱਚ ਇਹ ਡਿਸਾਈਡ ਕੌਣ ਕਰਦਾ ਹੈ, TCP IP ਪ੍ਰੋਟੋਕੋਲ ਕਰਦਾ ਹੈ। ਤਾਂ ਪਹਿਲਾਂ ਪੜ੍ਹਦੇ ਹਾਂ ਆਪਾਂ ਥਿਊਰੀ, ਫਿਰ ਆਪਾਂ ਅੱਗੇ ਜਾ ਕੇ ਸਮਝਦੇ ਹਾਂ ਲੇਅਰ ਦੇ ਥਰੂ ਕਿਹੜੀਆਂ ਕਿਹੜੀਆਂ ਲੇਅਰਸ ਨੇ ਇਹਦੇ ਵਿੱਚ। ਕਹਿੰਦਾ ਇੰਟਰਨੈਟ ਪ੍ਰੋਟੋਕੋਲ ਸੂਟ, ਠੀਕ ਹੈ। ਇੰਟਰਨੈਟ ਪ੍ਰੋਟੋਕੋਲ ਨੂੰ ਆਪਾਂ ਬੇਸਿਕਲੀ ਕੀ ਕਹਿ ਦਿੰਦੇ ਹਾਂ, TCP IP ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਹ ਜਿਹੜਾ ਪੋਪੂਲਰ ਹੋਇਆ ਨਾਮ ਤੋਂ, TCP IP ਨਾਮ ਤੋਂ ਪੋਪੂਲਰ ਹੋਇਆ ਸੀਗਾ ਰਾਜੇ। ਇਹਦਾ ਕੰਮ ਕੀ ਹੈ, ਕਹਿੰਦਾ ਸੈਟ ਆਫ ਕਮਿਊਨੀਕੇਸ਼ਨ ਹੈ, ਕਾਹਦੇ ਵਿੱਚ, ਕਹਿੰਦਾ ਪ੍ਰੋਟੋਕੋਲ ਯੂਜ਼ਡ ਫॉर ਦਾ ਇੰਟਰਨੈਟ ਐਂਡ ਅਦਰ ਸਿਮਿਲਰ ਨੈਟਵਰਕਸ। ਮਤਲਬ ਦੋ ਨੈਟਵਰਕਸ ਦੇ ਵਿੱਚ ਕੋਈ ਵੀ ਕਮਿਊਨੀਕੇਸ਼ਨ ਹੋਣੀ ਹੈ ਤਾਂ ਉਹ ਤਾਂ ਹੀ ਪੋਸੀਬਲ ਹੈ ਜੇ ਆਪਣੇ ਕੋਲ ਇੱਕ ਕਾਮਨ ਪ੍ਰੋਟੋਕੋਲ ਹੋਊਗਾ। ਤਾਂ ਕਾਮਨ ਪ੍ਰੋਟੋਕੋਲ ਕਿਹੜਾ ਆਪਣੇ ਕੋਲ, TCP IP, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਕਹਿੰਦਾ ਇਹਦੇ ਵਿੱਚ ਦੋ ਪ੍ਰੋਟੋਕੋਲ ਯੂਜ਼ ਕੀਤੇ ਗਏ, ਇੱਕ TCP ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ, ਅਤੇ ਦੂਸਰਾ ਹੈਗਾ ਰਾਜੇ IP ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਟਰਨੈਟ ਪ੍ਰੋਟੋਕੋਲ। ਇਹ ਬੇਸਿਕਲੀ ਕੀ ਕਰਦੇ ਆ, ਸਟੈਂਡਰਡ ਵਗੈਰਾ ਡਿਫਾਈਨ ਕਰਦੇ ਆ ਵੀ ਜੇ ਸਟੈਂਡਰਡ ਹੋਊਗਾ, ਕਾਮਨ ਚੀਜ਼ ਕੋਈ ਹੋਊਗੀ ਤਾਂ ਹੀ ਕੀ ਹੋਊਗੀ, ਦੋ ਨੈਟਵਰਕ ਦੇ ਵਿੱਚ ਕਮਿਊਨੀਕੇਸ਼ਨ ਪੋਸੀਬਲ ਹੈ, ਅਦਰਵਾਈਜ਼ ਪੋਸੀਬਲ ਨਹੀਂ ਹੋ ਸਕਦੀ। ਹੁਣ ਨੈਕਸਟ ਦੇਖਦੇ ਹਾਂ ਆਪਾਂ ਇਹਦੇ ਵਿੱਚ ਲੇਅਰ ਦੇ ਵਿੱਚ ਕੀ ਫਰਕ ਆ ਰਾਜੇ। ਜਿਹੜਾ ਪਹਿਲਾਂ OSI ਮਾਡਲ ਹੈ, ਜਿਹੜੇ ਬੱਚੇ ਡਾਇਰੈਕਟ ਇਹ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਪਹਿਲਾਂ OSI ਮਾਡਲ ਦੀ ਵੀਡੀਓ ਦੇਖ ਲਓ ਜਿਹੜੀ ਮੈਂ ਕੱਲ੍ਹ ਕਰਵਾਈ ਸੀਗੀ, ਤਾਂ ਸਮਝ ਆਊਗਾ। ਹੁਣ ਇਹਦੇ ਵਿੱਚ ਕੀ ਚੀਜ਼ ਆ ਰਾਜੇ, ਇਹਦੇ ਵਿੱਚ ਲੇਅਰਸ ਨੂੰ ਘੱਟ ਕਰ ਦਿੱਤਾ ਗਿਆ। ਘੱਟ ਕਿਵੇਂ ਕੀਤਾ, ਜਿਹੜੀਆਂ ਤਿੰਨ ਲੇਅਰਸ ਆ ਇਹਨਾਂ ਨੂੰ ਮਿਲਾ ਕੇ ਕੀ ਕਰਤਾ, ਸਿੰਗਲ ਲੇਅਰ ਬਣਾਤੀ, ਉਹਦਾ ਨਾਂ ਕੀ ਰੱਖਤਾ, ਐਪਲੀਕੇਸ਼ਨ ਲੇਅਰ ਰੱਖਤਾ। ਕਈ ਵਾਰ ਤਾਂ ਇਹੀ ਪੁੱਛ ਲਿਆ ਜਾਂਦਾ ਕਿ ਜਿਹੜੀ TCP IP ਦੇ ਵਿੱਚ ਐਪਲੀਕੇਸ਼ਨ ਲੇਅਰ ਹੈ ਉਹ ਕਿੰਨੇ ਲੇਅਰਸ ਨੂੰ ਮਿਲਾ ਕੇ ਬਣਾਈ ਗਈ ਆ OSI ਦੀ ਲੇਅਰਸ ਨੂੰ। ਤਾਂ ਐਪਲੀਕੇਸ਼ਨ, ਪ੍ਰੈਜੈਂਟੇਸ਼ਨ ਅਤੇ ਸੈਸ਼ਨ ਤਿੰਨਾਂ ਦਾ ਕੰਮ ਕੌਣ ਕਰੂਗੀ, ਐਪਲੀਕੇਸ਼ਨ ਲੇਅਰ ਕਰੂਗੀ। ਟਰਾਂਸਪੋਰਟ ਲੇਅਰ ਸੇਮ ਰਹੂਗੀ ਰਾਜੇ ਦੇ ਵਿੱਚ। ਨੈਟਵਰਕ ਲੇਅਰ ਦਾ ਨਾਮ ਚੇਂਜ ਕਰਕੇ ਕੀ ਰੱਖ ਦਿੱਤਾ ਗਿਆ, ਇੰਟਰਨੈਟ ਨੈਟਵਰਕ। ਅਤੇ ਡਾਟਾ ਅਤੇ ਫਿਜ਼ੀਕਲ ਨੂੰ ਮਿਲਾ ਕੇ ਕਿਹੜੀ ਲੇਅਰ ਬਣ ਗਈ, ਲਿੰਕ ਐਂਡ ਫਿਜ਼ੀਕਲ ਲੇਅਰ ਬਣ ਗਈ, ਠੀਕ ਹੈ ਜੀ। ਇਹ ਹੈਗੀਆਂ ਤੁਹਾਡੀਆਂ TCP IP ਦੀਆਂ ਚਾਰ ਲੇਅਰਸ ਹੁੰਦੀਆਂ ਨੇ ਟੋਟਲ। ਇਹ ਚਾਰੇ ਲੇਅਰ ਤੁਹਾਡੇ ਸਾਹਮਣੇ ਪਈਆਂ ਨੇ। ਡਿਫਰੈਂਸ ਕੀ ਹੈ ਵੀ ਤੁਹਾਨੂੰ ਮੈਂ ਸਾਹਮਣੇ ਡਾਇਗਰਾਮ ਦੇ ਥਰੂ ਕਰਵਾਤਾ। ਹੁਣ ਅੱਜ ਦਾ ਟੌਪਿਕ ਆਪਣਾ TCP IP ਹੈ, ਤਾਂ ਆਪਾਂ ਕੱਲੀ ਕੱਲੀ ਲੇਅਰ ਪੜ੍ਹਦੇ ਹਾਂ, ਕੱਲੀ ਕੱਲੀ ਲੇਅਰ ਕੀ ਕੰਮ ਕਰਦੀ ਹੈ, ਕਾਹਦੇ ਵਾਸਤੇ ਵਰਤੀ ਜਾਂਦੀ ਹੈ। ਹੁਣ ਲੇਅਰ ਆਪਾਂ ਪੜ੍ਹ ਲਾਂਗੇ, ਫਿਰ ਵੀ ਤੁਹਾਨੂੰ ਮੈਂ ਇੱਕ ਬਰੀਫਲੀ ਥੋੜ੍ਹਾ ਦੱਸ ਦਿੰਦਾ। ਜਿਵੇਂ ਪਹਿਲੀ ਲੇਅਰ ਹੈਗੀ ਹੈ ਐਪਲੀਕੇਸ਼ਨ, ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਯੂਜ਼ਰ ਦੇ ਰਿਲੇਟਿਡ ਜਿਹੜੀਆਂ ਵੀ ਐਪਲੀਕੇਸ਼ਨ ਹੋ ਗਈਆਂ, ਯੂਜ਼ਰ ਦੇ ਰਿਲੇਟਿਡ ਜਿਹੜੀਆਂ ਵੀ ਸਰਵਿਸਿਜ਼ ਹੋ ਗਈਆਂ, ਉਹ ਪ੍ਰੋਵਾਈਡ ਕੀਤੀਆਂ ਜਾਣਗੀਆਂ। ਜਿਵੇਂ ਤੁਸੀਂ ਕੋਈ ਮੰਨ ਲਓ ਈਮੇਲ ਸੈਂਡ ਕਰਦੇ ਹੋ, ਤੁਸੀਂ ਕੋਈ ਵੈਬਸਾਈਟ ਵਗੈਰਾ ਖੋਲ੍ਹਦੇ ਹੋ, ਕੁਛ ਵੀ ਮਤਲਬ ਕਿ ਤੁਸੀਂ ਕਰਦੇ ਹੋ, ਉਹਦੇ ਵਿੱਚ ਕੀ ਆ, ਪ੍ਰੋਟੋਕੋਲ ਯੂਜ਼ ਹੁੰਦੇ ਆ। ਜਿਵੇਂ ਹੁਣ HTTP ਕੀ ਆ, ਹਾਈਪਰ ਟੈਕਸਟ ਟਰਾਂਸਫਰ ਪ੍ਰੋਟੋਕੋਲ। ਮੰਨ ਲਓ ਕੋਈ ਵੀ ਤੁਸੀਂ ਟੈਕਸਟ ਖੋਲ੍ਹਦੇ ਹੋ, ਕੋਈ ਵੈਬਸਾਈਟ ਖੋਲ੍ਹਦੇ ਹੋ,
ਜਾਂ ਫਿਰ ਤੁਸੀਂ ਕੋਈ ਮੇਲ ਸੈਂਡ ਕਰਨੀ ਹੈ ਤਾਂ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ, ਕੋਈ ਫਾਈਲ ਸੈਂਡ ਕਰਨੀ ਹੈ FTP ਪ੍ਰੋਟੋਕੋਲ, ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਇਹ ਸਾਰੇ ਕਿੱਥੇ ਯੂਜ਼ ਹੋਣਗੇ? ਐਪਲੀਕੇਸ਼ਨ ਲੇਅਰ ਦੇ ਵਿੱਚ ਯੂਜ਼ ਹੋਣਗੇ। ਠੀਕ ਹੈ ਜੀ, ਇਹਨਾਂ ਨੂੰ ਕਹਿ ਦਿੰਦੇ ਆ ਯੂਜ਼ਰ ਲੈਵਲ ਦੀਆਂ ਸਰਵਿਸਿਜ਼ ਕਹਿ ਦਿੰਦੇ ਆ। ਉਸ ਤੋਂ ਬਾਅਦ ਗੱਲ ਕਰਦੇ ਆ ਨਾਮ ਤੋਂ ਕਲੀਅਰ। ਤੁਹਾਨੂੰ ਮੈਂ ਕੱਲ ਵੀ ਕਰਵਾਇਆ ਸੀਗਾ ਵੀ ਟਰਾਂਸਪੋਰਟ ਲੇਅਰ ਕੀ ਕਰਦੀ ਹੈ ਰਾਜੇ, ਜਿਹਦਾ ਕੰਮ ਕੀ ਹੁੰਦਾ? ਇੱਕ ਨੋਡ ਤੋਂ ਦੂਜੀ ਨੋਡ ਤੱਕ ਕੀ ਪਹੁੰਚਾਉਣਾ? ਡਾਟਾ ਪਹੁੰਚਾਉਣਾ, ਜਿਹਨੂੰ ਆਪਾਂ ਕਹਿ ਦਿੰਦੇ ਆ ਮੈਸੇਜ। ਤਾਂ ਇਹਨੇ ਕੀ ਕਰਨਾ ਹੁੰਦਾ? ਐਂਡ ਟੂ ਐਂਡ ਕੀ ਕਰਨਾ ਹੁੰਦਾ? ਮੈਸੇਜ ਡਿਲੀਵਰ ਕਰਨਾ ਹੁੰਦਾ। ਤਾਂ ਇਹਦੇ ਵਿੱਚ ਦੋ ਪ੍ਰੋਟੋਕੋਲ ਯੂਜ਼ ਕੀਤੇ ਜਾਂਦੇ ਆ ਰਾਜੇ, TCP ਤੇ UDP। UDP ਹੁੰਦਾ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ, ਉਹ ਨੈਕਸਟ ਬਸ ਇਹਦੀ ਫੁੱਲ ਫਾਰਮ ਹੀ ਬੜੰਟ ਹੈ। ਤਾਂ TCP ਹੁੰਦਾ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ। ਇਸ ਤੋਂ ਬਾਅਦ ਹੁੰਦਾ ਇੰਟਰਨੈਟ ਲੇਅਰ ਦੇ ਵਿੱਚ ਕੀ ਹੈ? ਐਕਚੁਅਲ ਦੇ ਵਿੱਚ ਪੈਕਟ ਕਿਹੜੇ ਮਤਲਬ ਰੂਟ ਦੇ ਵਿੱਚ ਜਾਊਗਾ, ਰਾਊਟਿੰਗ ਵਗੈਰਾ ਕਿੱਥੇ ਹੁੰਦੀ ਹੈ? ਇੰਟਰਨੈਟ ਲੇਅਰ ਦੇ ਵਿੱਚ ਹੁੰਦੀ ਹੈ। ਤੇ ਨੈਟਵਰਕ ਲੇਅਰ ਦੇ ਵਿੱਚ ਕੀ ਕੰਮ ਹੁੰਦਾ ਰਾਜੇ? ਬੇਸਿਕਲੀ ਇਹਦੇ ਵਿੱਚ ਕੀ ਆ ਕਿ ਸੇਮ ਪ੍ਰੋਟੋਕੋਲ ਹੈਗਾ ਕਿ ਨਹੀਂ ਹੈਗਾ, ਕਮਿਊਨੀਕੇਸ਼ਨ ਮਤਲਬ ਕਿ ਸਟੈਬਲਿਸ਼ ਕਰਨੀ ਇਹਦੇ ਵਿੱਚ ਹੁੰਦੀ ਹੈ ਨੈਟਵਰਕ ਇੰਟਰਫੇਸ ਦੇ ਵਿੱਚ। ਇਹ ਤੁਹਾਨੂੰ ਮੈਂ ਅੱਗੇ ਪੜਾਉਣਾ ਥੋੜਾ ਡਿਟੇਲ ਦੇ ਵਿੱਚ, ਤੁਹਾਨੂੰ ਹੋਰ ਸਮਝ ਆ ਜਾਊਗਾ। ਪਹਿਲੀ ਲੇਅਰ ਦੇ ਵੱਲ ਚੱਲਦੇ ਆਪਾਂ, ਜਿਹੜੀ ਹੈਗੀ ਆ ਐਪਲੀਕੇਸ਼ਨ ਲੇਅਰ, ਟੌਪ ਮੋਸਟ। ਤਾਂ ਇਹਦੇ ਵਿੱਚ ਕੀ ਆ ਰਾਜੇ, ਇਹ ਕੀ ਕੰਮ ਕਰਦੀ ਹੈ? ਤੁਹਾਨੂੰ ਮੈਂ ਦੱਸਿਆ ਹੋਇਆ ਕਿ ਜਿਹੜੀਆਂ OSI ਦੀਆਂ 3 ਲੇਅਰਸ ਹੋ ਗਈਆਂ, ਪ੍ਰੈਜੈਂਟੇਸ਼ਨ ਹੋ ਗਈ, ਸੈਸ਼ਨ ਹੋ ਗਈ ਤੇ ਆਪਣੀ ਐਪਲੀਕੇਸ਼ਨ ਹੋ ਗਈ, ਇਹਨਾਂ ਨੂੰ ਮਿਲਾ ਕੇ ਬਣਾਈ ਗਈ ਹੈ। ਕੰਬਾਈਨ ਕਰਕੇ ਕੀ ਕਰ ਦਿੱਤੀ ਗਈ ਹੈ? 1 ਲੇਅਰ ਕਰ ਦਿੱਤੀ ਗਈ ਹੈ। ਕਿਹਦੇ ਵਿੱਚ? TCP IP ਦੇ ਵਿੱਚ। ਇਸ ਤੋਂ ਬਾਅਦ ਇਹਦਾ ਕੰਮ ਕੀ ਹੈ ਰਾਜੇ? ਇਹਨੇ ਐਪਲੀਕੇਸ਼ਨ ਲੈਵਲ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਹੁੰਦੀਆਂ ਕਿਹਨਾਂ ਨੂੰ? ਐਂਡ ਯੂਜ਼ਰ ਨੂੰ। ਇਸ ਤੋਂ ਬਾਅਦ ਇਹਦੇ ਵਿੱਚ ਦੋ ਪ੍ਰੋਟੋਕੋਲ ਯੂਜ਼ ਕੀਤੇ ਜਾਂਦੇ ਰਾਜੇ, TCP ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ UDP ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ। ਠੀਕ ਹੈ ਜੀ, ਤਾਂ ਇਹੀ ਇਹਦਾ ਕੰਮ ਸੰਭਾਲਦੇ ਆ ਸਾਰਾ। ਠੀਕ ਹੈ, ਸਰਵਿਸਿਜ਼ ਵਗੈਰਾ ਪ੍ਰੋਵਾਈਡ ਕਰਦੇ ਆ ਯੂਜ਼ਰ ਨੂੰ। ਇਹਦੇ ਵਿੱਚ ਬਸ ਇੰਨਾ ਹੀ ਹੈ। ਹੁਣ ਐਗਜ਼ਾਮਪਲ ਤੁਹਾਨੂੰ ਮੈਂ ਦੱਸ ਦਿੰਦਾ। ਮੰਨ ਲਓ ਕਿਸੇ ਬੰਦੇ ਨੇ ਮੇਲ ਸੈਂਡ ਕਰਨੀ ਹੈ ਤਾਂ ਮੇਲ ਵਾਸਤੇ ਕਿਹੜਾ ਪ੍ਰੋਟੋਕੋਲ ਯੂਜ਼ ਹੋ ਜਾਊਗਾ? SMTP। ਮੰਨ ਲਓ ਕਿਸੇ ਨੇ ਫਾਈਲ ਸੈਂਡ ਕਰਨੀ ਹੈ, ਉਹਦੇ ਵਾਸਤੇ FTP। ਮਤਲਬ ਜਿੰਨੇ ਵੀ ਯੂਜ਼ਰ ਲੈਵਲ ਦੇ, ਠੀਕ ਹੈ, ਯੂਜ਼ਰ ਨੂੰ ਮਤਲਬ ਕਿ ਸਰਵਿਸ ਦੇਣੀ, ਯੂਜ਼ਰ ਲੈਵਲ ਦੀਆਂ ਐਪਲੀਕੇਸ਼ਨ ਯੂਜ਼ ਹੋਣੀਆਂ, ਉਹ ਇਸੇ ਲੇਅਰ ਦੇ ਵਿੱਚ ਯੂਜ਼ ਹੋਣਗੀਆਂ। ਠੀਕ ਹੈ ਜੀ, ਨੈਕਸਟ ਆਪਾਂ ਦੇਖਦੇ ਹਾਂ ਹੋਰ। ਹੁਣ ਇਹਦੇ ਵਿੱਚ ਦੋ ਤੁਹਾਨੂੰ ਮੈਂ ਦੱਸਿਆ ਪ੍ਰੋਟੋਕੋਲ ਯੂਜ਼ ਹੁੰਦੇ ਆ ਰਾਜੇ, ਪੜ੍ਹ ਲਿਓ ਥੋੜਾ ਜਿਹਾ। ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ ਹੁੰਦਾ, ਇਹਦਾ ਕੰਮ ਕੀ ਹੁੰਦਾ? ਇਹ ਡਾਇਰੈਕਟ ਮਤਲਬ ਕਿ ਮੈਸੇਜ ਐਸਟੈਬਲਿਸ਼ ਕਰਨਾ, ਮਤਲਬ ਸੈਂਡ ਕਰਨਾ, ਸੈਂਡ ਤੇ ਰਿਸੀਵ ਕਰ ਸਕਦੇ ਹਾਂ ਆਪਾਂ ਕਿੱਥੇ? ਨੈਟਵਰਕ ਦੇ ਉੱਪਰ, ਵਿਦਾਊਟ ਐਨੀ ਐਰਰ। ਠੀਕ ਹੈ ਜੀ, ਇਸ ਤੋਂ ਬਾਅਦ ਇੱਕ ਹੁੰਦਾ ਕਿ ਜੇ ਆਪਾਂ FTP ਪੜ੍ਹਿਆ ਸੀਗਾ, ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਉਹਦਾ ਸਿੰਪਲ ਵਰਜ਼ਨ ਹੁੰਦਾ TFTP। ਠੀਕ ਹੈ, ਇਹਦਾ ਕੰਮ ਕੀ ਹੁੰਦਾ? ਜਸਟ ਤੁਸੀਂ ਕੋਈ ਫਾਈਲ ਭੇਜਣੀ ਆ, ਕੋਈ ਸਿਕਿਉਰਿਟੀ ਦੇ ਵਿਦਾਊਟ, ਮਤਲਬ ਕਿ ਡਾਇਰੈਕਟ ਤੁਸੀਂ ਫਾਈਲ ਭੇਜ ਸਕਦੇ ਹੋ, ਇਹਦੇ ਵਿੱਚ ਕੋਈ ਵੀ ਚੱਕਰ ਨਹੀਂ ਪੈਂਦਾ ਗਾ। ਤਾਂ ਇਹ ਦੋ ਬਸ ਇਹਨਾਂ ਦੇ ਨਾਮ ਹੀ ਇੰਪੋਰਟੈਂਟ ਹੈਗੇ ਆ, ਮਤਲਬ ਫੁੱਲ ਫਾਰਮ ਯਾਦ ਰੱਖ ਲਿਓ। ਤੇ ਕਿੱਥੇ ਯੂਜ਼ ਹੁੰਦੇ ਨੇ? ਤੁਹਾਡੇ ਐਪਲੀਕੇਸ਼ਨ ਲੇਅਰ ਦੇ ਵਿੱਚ ਯੂਜ਼ ਹੁੰਦੇ ਨੇ। ਆਹ ਦੇਖ ਲਓ, ਮੰਨ ਲਓ ਇਹ ਸੈਂਡਰ ਸਾਈਡ ਹੈ, ਮੰਨ ਲਓ ਇਹ ਰਿਸੀਵਰ ਸਾਈਡ ਹੈ। ਤਾਂ ਪਹਿਲੀ ਐਪਲੀਕੇਸ਼ਨ ਲੇਅਰ ਹੋ ਗਈ, ਫਿਰ ਟਰਾਂਸਪੋਰਟ ਲੇਅਰ ਹੋ ਗਈ, ਇੰਟਰਨੈਟ ਲੇਅਰ ਹੋ ਗਈ, ਡਾਟਾ ਲਿੰਕ ਲੇਅਰ ਹੋ ਗਈ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ? ਜਿਵੇਂ HTTP ਯੂਜ਼ ਹੋ ਰਿਹਾ, ਇਹਦੇ ਵਿੱਚ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਯੂਜ਼ ਹੋ ਰਿਹਾ, ਇਹਦੇ ਵਿੱਚ IP ਪ੍ਰੋਟੋਕੋਲ ਯੂਜ਼ ਹੋ ਰਿਹਾ। IP ਦਾ ਕੰਮ ਕੀ ਹੁੰਦਾ ਮੇਨ? ਕਿ ਆਪਾਂ ਰੂਟ ਦੱਸਣਾ ਵੀ ਕਿਹੜੇ ਰੂਟ ਦੇ ਵਿੱਚ ਡਾਟਾ ਜਾਊਗਾ। ਠੀਕ ਹੈ, ਤਾਂ ਇਹਨੂੰ ਇੱਕ ਵਾਰੀ ਦਿਮਾਗ 'ਚ ਬਿਠਾ ਲਿਓ ਥੋੜ੍ਹਾ ਜਿਹਾ, ਤਾਂ ਤੁਹਾਨੂੰ ਯਾਦ ਹੋ ਜਾਣਗੀਆਂ, ਕੋਈ ਜ਼ਿਆਦਾ ਔਖੀਆਂ ਹੈ ਨਹੀਂ ਗੀਆਂ। ਇਸ ਤੋਂ ਗੱਲ ਕਰਦੇ ਆਪਾਂ ਟਰਾਂਸਪੋਰਟ ਲੇਅਰ ਦੀ ਰਾਜੇ। ਇਹਦਾ ਕੰਮ ਕੀ ਹੁੰਦਾ? ਤੁਹਾਨੂੰ ਮੈਂ ਦੱਸਿਆ, ਨਾਮ ਤੋਂ ਹੀ ਕਲੀਅਰ ਹੈ। ਟਰਾਂਸਪੋਰਟ ਦਾ ਮਤਲਬ ਕੀ ਹੈ? ਡਾਟਾ ਨੂੰ ਐਂਡ ਟੂ ਐਂਡ ਪਹੁੰਚਾਉਣਾ, ਮਤਲਬ ਕਿ ਸੈਂਡਰ ਟੂ ਰਿਸੀਵਰ ਪਹੁੰਚਾਉਣ ਦੀ ਜ਼ਿੰਮੇਵਾਰੀ ਕਿਹਦੀ ਹੈ? ਟਰਾਂਸਪੋਰਟ ਲੇਅਰ ਦੀ ਹੈ। ਮੰਨ ਲਓ ਇੱਕ ਮੈਸੇਜ ਦੇ ਵਿੱਚ ਤਿੰਨ ਕੀ ਸੀਗੇ? ਪੈਕਟ ਸੀਗੇ। ਤਿੰਨੇ ਪੈਕਟ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਕਿਹਦੀ ਹੋਊਗੀ? ਟਰਾਂਸਪੋਰਟ ਲੇਅਰ ਦੀ ਹੋਊਗੀ। ਠੀਕ ਹੈ, ਇਸ ਤੋਂ ਬਾਅਦ ਰਾਜੇ ਇਹ ਵੀ ਦੋ ਤਰ੍ਹਾਂ ਦੇ ਪ੍ਰੋਟੋਕੋਲ ਯੂਜ਼ ਕਰਦੀ ਹੈ, TCP ਤੇ UDP। ਠੀਕ ਹੈ, ਤਾਂ ਇਸ ਤੋਂ ਬਾਅਦ ਕੀ ਹੈ? ਇਹਦਾ ਕੰਮ ਕੀ ਹੈ? ਨਾਲ ਹੀ ਇਹ ਹੈਂਡਲ ਕਰਦੀ ਹੈ ਰਾਜੇ ਆਲ ਐਰਰ। ਮਤਲਬ ਕੋਈ ਵੀ ਮੰਨ ਲਓ, ਹੁਣ ਜਿਵੇਂ ਮੰਨ ਲਓ ਮੈਂ ਡਾਟਾ ਸੈਂਡ ਕਰ ਰਿਹਾ ਸੀ, ਆਹ ਮੇਰਾ ਪਹਿਲਾ ਫਰੇਮ ਹੈ, ਆਹ ਮੇਰਾ ਦੂਜਾ ਫਰੇਮ ਹੈ। ਮੰਨ ਲਓ ਪਹਿਲਾ ਫਰੇਮ ਤਾਂ ਸਕਸੈਸਫੁਲੀ ਪਹੁੰਚ ਗਿਆ, ਦੂਜੇ ਦੇ ਵਿੱਚ ਕੀ ਆ ਗਈ? ਕੁਛ ਐਰਰ ਆ ਗਈ ਰਾਸਤੇ ਦੇ ਵਿੱਚ, ਡਾਟਾ ਕੀ ਹੋ ਗਿਆ? ਕਰੈਸ਼ ਹੋ ਗਿਆ। ਤਾਂ ਇਸ ਤੋਂ ਬਾਅਦ ਜਿੰਨੀ ਦੇਰ ਇਹਨੂੰ ਅੱਗੋਂ ਜਿਹੜਾ ਰਿਸੀਵਰ ਵੱਲੋਂ ਕੀ ਆ ਮੈਸੇਜ ਨਹੀਂ ਆਉਂਦਾ, ਐਕਨੋਲਜਮੈਂਟ ਨਹੀਂ ਆਉਂਦੀਗੀ, ਤਾਂ ਇਹ ਕੀ ਕਰੂਗਾ? ਇਹਨੂੰ ਰੀਟਰਾਂਸਮਿਟ ਕਰ ਦੂਗਾ। ਰੀਟਰਾਂਸਮਿਟ ਕਰਕੇ ਕੀ ਕਰੂਗਾ? ਦੁਬਾਰਾ ਪਹੁੰਚਾ ਦੂਗਾ। ਜਿੰਨੀ ਦੇਰ ਤੱਕ ਸਕਸੈਸਫੁਲ ਨਹੀਂ ਹੁੰਦਾ ਡਾਟਾ, ਤਾਂ ਇਹ ਕੀ ਕਰਦਾ ਰਹੂਗਾ? ਰੀਟਰਾਂਸਮਿਟ ਕਰਦਾ ਹੀ ਰਹੂਗਾ, ਜਾਂ ਰਿਕਵਰੀ ਵੀ ਕਰ ਸਕਦਾ। ਤਾਂ ਇਹ ਸਾਰਾ ਕੰਮ ਕੌਣ ਸੰਭਾਲਦਾ? ਤੁਹਾਡਾ ਟਰਾਂਸਪੋਰਟ ਲੇਅਰ ਸੰਭਾਲਦੀ ਹੈ। ਬਸ ਐਂ ਕਹਿ ਸਕਦੇ ਹਾਂ, ਥੋੜ੍ਹਾ ਜਿਹਾ ਐਡਵਾਂਸ ਵਰਜ਼ਨ ਕਰਤਾ OSI ਦੇ ਨਾਲੋਂ। ਉਹਦੇ ਵਿੱਚ ਐਰਰ ਹੈਂਡਲਿੰਗ ਵਗੈਰਾ ਘੱਟ ਹੁੰਦੀ ਸੀਗੀ, ਇਹਦੇ ਵਿੱਚ ਐਰਰ ਹੈਂਡਲਿੰਗ ਵੀ ਹੋ ਸਕਦੀ ਹੈ ਤੇ ਰਿਕਵਰੀ ਵੀ ਡਾਟਾ ਦੀ ਹੋ ਸਕਦੀ ਹੈ। ਰਿਕਵਰੀ ਕਿਵੇਂ ਕਰਦਾ? ਦੇਖੋ, ਜਿਵੇਂ ਚੈੱਕ ਸਮ ਹੁੰਦੇ ਆ, ਚੈੱਕ ਸਮ ਹੁੰਦੇ ਆ। ਮੰਨ ਲਓ ਹੁਣ ਚੈੱਕ ਸਮ ਤੁਹਾਨੂੰ ਮੈਂ ਦੱਸ ਦਿੰਦਾ। ਮੰਨ ਲਓ ਇੱਕ ਮੰਨ ਲਓ ਆਹ ਦੇਖੋ, ਚਲੋ ਆਪਾਂ ਇਹ ਕਹਿ ਦਿੰਦੇ ਹਾਂ, ਆਹ ਦੇਖੋ ਮੋਦੀ ਨੇ ਜਾ ਰਿਹਾ, ਮੋਦੀ ਹੈ ਨਾ ਪ੍ਰਧਾਨ ਮੰਤਰੀ, ਇਹਨੇ ਪਹੁੰਚਣਾ ਮੰਨ ਲਓ ਇੱਥੇ, ਐਂ ਕਹਿ ਸਕਦੇ ਹਾਂ ਵੀ ਇੱਕ ਪਲੇਸ ਤੋਂ ਦੂਜੀ ਪਲੇਸ 'ਤੇ ਜਾਣਾ, ਹਰਿਆਣੇ ਤੋਂ ਦਿੱਲੀ ਜਾ ਰਿਹਾ। ਠੀਕ ਹੈ, ਤਾਂ ਚੈੱਕ ਸਮ ਦਾ ਮਤਲਬ ਕੀ ਹੋ ਗਿਆ? ਇੱਥੇ ਵੀ ਪੁਲਿਸ ਵਾਲੇ ਖੜੇ ਆ, ਇੱਥੇ ਵੀ ਪੁਲਿਸ ਵਾਲੇ ਖੜੇ ਆ, ਸਿਕਿਉਰਿਟੀ ਵਾਸਤੇ ਇੱਥੇ ਵੀ ਖੜੇ ਆ। ਮਤਲਬ ਕਿ ਚੈੱਕ ਕਰਦੇ ਰਹਿਣਗੇ, ਸਿਕਿਉਰਿਟੀ ਬਿਲਕੁਲ ਠੀਕ ਹੈ,
ਉਵੇਂ ਡਾਟਾ ਅਗਰ ਮੰਨ ਲਓ ਇੱਥੋਂ ਲੈ ਕੇ ਤੱਕ ਸੈਂਡ ਹੋ ਰਿਹਾ ਤਾਂ ਰਸਤੇ ਦੇ ਵਿੱਚ ਕੁਝ ਪੁਆਇੰਟ ਹੁੰਦੇ ਆ, ਉਹ ਚੈੱਕ ਕਰਦੇ ਰਹਿੰਦੇ ਡਾਟਾ ਜਿੰਨਾ ਮਤਲਬ ਕਿ ਭੇਜਿਆ ਸੈਂਡਰ ਨੇ ਉਹਨਾਂ ਪਹੁੰਚ ਰਿਹਾ ਕਿ ਨਹੀਂ ਪਹੁੰਚ ਰਿਹਾ ਰਸਤੇ ਦੇ ਵਿੱਚ, ਠੀਕ ਹੈ। ਤੇ ਐਂਡ ਤੇ ਤਾਂ ਕੀ ਹੋਊਗਾ, ਸਕਸੈਸਫੁਲੀ ਪਹੁੰਚ ਹੀ ਜਾਊਗਾ। ਉਵੇਂ ਐਕਨੋਲਜਮੈਂਟ ਹੁੰਦੀ ਹੈ, ਜਿਵੇਂ ਮੰਨ ਲਓ ਆਪਾਂ ਕੀ ਕਰਦੇ ਹਾਂ, ਕਿਸੇ ਨੂੰ WhatsApp ਤੇ ਮੈਸੇਜ ਕਰਦੇ ਹਾਂ ਤਾਂ ਆਪਾਂ ਨੂੰ ਕੀ ਪਤਾ ਚੱਲ ਜਾਂਦਾ, ਜਦੋਂ ਡਬਲ ਟਿਕ ਹੋ ਜਾਂਦਾ ਬਲੂ ਕਲਰ ਦੇ ਵਿੱਚ ਆਪਾਂ ਸਮਝ ਜਾਂਦੇ ਹਾਂ ਅਗਲੇ ਨੇ ਮੈਸੇਜ ਪੜ੍ਹ ਲਿਆ ਤਾਂ ਉਹ ਕੀ ਹੋ ਜਾਂਦੀ, ਇੱਕ ਤਰ੍ਹਾਂ ਦੀ ਐਕਨੋਲਜਮੈਂਟ ਹੋ ਜਾਂਦੀ ਹੈ ਕਿ ਡਾਟਾ ਸਕਸੈਸਫੁਲੀ ਪਹੁੰਚ ਗਿਆ। ਮਤਲਬ ਕਿ ਇਹ ਸਾਰਾ ਕੰਮ ਕੌਣ ਸੰਭਾਲੂਗਾ, ਤੁਹਾਡਾ ਆਪਣੀ ਟਰਾਂਸਪੋਰਟ ਲੇਅਰ ਸੰਭਾਲੂਗੀ, ਜਿਹਦੇ ਵਿੱਚ ਐਂਡ ਟੂ ਐਂਡ ਕੀ ਹੋਊਗੀ, ਆਪਣੀ ਡਿਲੀਵਰੀ ਹੋਊਗੀ ਮੈਸੇਜ ਦੀ। ਇਸ ਤੋਂ ਗੱਲ ਕਰਦੇ ਹਾਂ ਆਪਾਂ ਇੰਟਰਨੈਟ ਲੇਅਰ ਦੀ ਰਾਜੇ। ਇੰਟਰਨੈਟ ਲੇਅਰ ਦਾ ਕੰਮ ਕੀ ਆ, ਹੁਣ ਮੇਨ ਪਰਪਸ ਕੀ ਹੈ, ਇਹਨੇ ਸਾਰੀ ਹੈਂਡਲਿੰਗ ਸੰਭਾਲਣੀ ਆ, ਔਰਗੇਨਾਈਜ਼ ਕਰਨਾ, ਹੈਂਡਲ ਕਰਨਾ ਵੀ ਮੂਵਮੈਂਟ ਆਫ ਡਾਟਾ ਔਨ ਦਾ ਨੈਟਵਰਕ, ਵੀ ਨੈਟਵਰਕ ਤੇ ਡਾਟਾ ਕਿਵੇਂ ਜਾਊਗਾ, ਹੈ ਨਾ, ਕਿਸ ਤਰ੍ਹਾਂ ਜਾਊਗਾ, ਕਿੰਨੇ ਪੈਕਟਸ ਦੇ ਵਿੱਚ ਜਾਊਗਾ, ਇਹ ਸਾਰਾ ਇਹਨੇ ਸੰਭਾਲਣਾ ਇੰਟਰਨੈਟ ਲੇਅਰ ਨੇ। ਇਸ ਤੋਂ ਬਾਅਦ ਕੀ ਕਰਦੀ ਹੈ ਰਾਜੇ, ਮੇਨ ਇਹਦੇ ਵਿੱਚ ਜਿਹੜਾ ਕੰਮ ਕਰਦੀ ਹੈ ਇਹ ਰਾਊਟਿੰਗ ਚੈੱਕ ਕਰਦੀ ਹੈ। ਰਾਊਟਿੰਗ ਮਤਲਬ ਮੈਂ ਦੱਸਿਆ ਕਿ ਮੰਨ ਲਓ ਇੱਥੇ ਜਾਣਾ ਇੱਕ ਬੰਦੇ ਨੇ, ਆ ਵੀ ਜਾਣ ਦਾ ਰਸਤਾ ਹੈਗਾ, ਇੱਦਾਂ ਘੁੰਮ ਕੇ ਜਾਣ ਦਾ ਰਸਤਾ ਹੈਗਾ, ਫਿਰ ਇੱਕ ਕੀ ਹੈ ਇੱਦਾਂ ਜਾ ਕੇ ਇੱਦਾਂ ਦਾ ਰਸਤਾ ਹੈਗਾ। ਮਤਲਬ ਕਿਹੜੇ ਰਸਤੇ ਦੇ ਵਿੱਚ ਦੁਆਰਾ ਭੇਜਣਾ ਡਾਟਾ, ਇਹ ਕਿਹਨੇ ਚੈੱਕ ਕਰਨਾ, ਇੰਟਰਨੈਟ ਲੇਅਰ ਨੇ ਚੈੱਕ ਕਰਨਾ। ਇਹਨੂੰ ਕਹਿ ਦਿੰਦੇ ਆ ਰਾਊਟਿੰਗ ਕਰਨੀ, ਰੂਟ ਫੋਲੋ ਕਰਾਉਣਾ, ਠੀਕ ਹੈ, ਡਾਟਾ ਨੂੰ। ਤਾਂ ਇਸ ਤੋਂ ਬਾਅਦ ਬਸ ਇਹਦਾ ਮੇਨ ਕੰਮ ਇਹੀ ਹੈ ਵੀ ਇਹਨੇ ਰਾਊਟਿੰਗ ਵਗੈਰਾ ਕਰਨੀ ਤੇ ਪੂਰਾ ਡਾਟਾ ਨੂੰ ਸੰਭਾਲਣਾ, ਹੈਂਡਲ ਕਰਨਾ। ਤੇ ਇਹਦੇ ਵਿੱਚ ਆਪਾਂ ਇੱਕ ਤੁਸੀਂ ਸੁਣਿਆ ਹੋਊਗਾ ਪਿੰਗ ਕਮਾਂਡ ਹੁੰਦੀ ਹੈ। ਪਿੰਗ ਕਮਾਂਡ ਕਾਹਦੇ ਵਾਸਤੇ ਹੁੰਦੀ ਹੈ, ਚੈੱਕ ਕਰਨ ਵਾਸਤੇ ਕਿ ਇੰਟਰਨੈਟ ਆਪਣੀ ਜਿਹੜੀ ਸਰਵਿਸਿਜ਼ ਹੈ ਉਹ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਮਤਲਬ ਕਿ ਇੱਦਾਂ ਦੇ ਪ੍ਰੋਟੋਕੋਲ ਇਹਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਠੀਕ ਹੈ ਜੀ। ਬਸ ਤੁਸੀਂ ਇਹਦਾ ਨਾਮ ਯਾਦ ਰੱਖਣਾ, ਰਾਊਟਿੰਗ ਵਗੈਰਾ ਕਿੱਥੇ ਹੁੰਦੀ ਹੈ ਤਾਂ ਇੰਟਰਨੈਟ ਲੇਅਰ ਦੇ ਉੱਪਰ ਹੁੰਦੀ ਹੈ, ਜਿਹੜੀ ਕਿ ਮੂਵਮੈਂਟ ਆਫ ਡਾਟਾ ਹੈ ਇਹਨੂੰ ਹੈਂਡਲ ਕਰਦੀ ਹੈ ਇੰਟਰਨੈਟ ਲੇਅਰ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਨੈਟਵਰਕ ਲੇਅਰ ਦੀ ਰਾਜੇ। ਨੈਟਵਰਕ ਲੇਅਰ ਕੀ ਹੈ, ਬੇਸਿਕਲੀ ਇੱਕ ਤਰ੍ਹਾਂ ਦੀ ਆਪਾਂ ਨੂੰ ਕਿਹਾ ਜਾਂਦਾ ਕਿ ਨੈਟਵਰਕ ਇੰਟਰਫੇਸ ਲੇਅਰ। ਹੁਣ ਤੁਸੀਂ ਮੰਨ ਲਓ ਘਰਾਂ ਦੇ ਵਿੱਚ ਮੋਬਾਈਲ ਦੇ ਵਿੱਚ, ਹੁਣ ਆਪਾਂ ਕਹਿ ਦਿੰਦੇ ਮੇਰਾ ਮੋਬਾਈਲ ਯਾਰ 4G ਹੈ, ਮੇਰੇ ਦੋਨੇ ਸਿਮ ਕੀ ਹੈ 4G ਹੈ। 4G ਦਾ ਮਤਲਬ ਕੀ ਹੈ ਕਿ ਇਹਦੇ ਵਿੱਚ ਕੀ ਹੈ, ਇੰਟਰਫੇਸ ਕੀ ਹੈ, ਮੇਰਾ 4G ਹੈ, ਮੈਂ ਦੋਨੇ 4G ਸਿਮ ਚਲਾ ਸਕਦਾ ਹਾਂ, 1 ਨੰਬਰ ਸਲੋਟ 'ਤੇ ਵੀ 2 ਨੰਬਰ ਸਲੋਟ 'ਤੇ ਵੀ। ਜਾਂ ਕਈ ਵਾਰੀ ਹੁੰਦਾ, ਕਈਆਂ ਦਾ ਕੀ ਹੁੰਦਾ 3G ਹੁੰਦਾ ਤਾਂ ਉਹਦੇ ਵਿੱਚ 4G ਨਹੀਂ ਚੱਲਦਾ ਗਾ। ਉਵੇਂ ਰਾਜੇ CPU ਦੇ ਵਿੱਚ ਜਿੰਨੀ ਦੇਰ ਆਪਣੇ ਕੋਲ ਨੈਟਵਰਕ ਇੰਟਰਫੇਸ ਕਾਰਡ ਹੈ ਨਹੀਂ ਗਾ ਤਾਂ ਨੈਟ ਨਹੀਂ ਚੱਲ ਸਕਦਾ ਗਾ, ਠੀਕ ਆ। ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ ਗੇ। ਇਹ ਇੰਟਰਨੈਟ ਮਤਲਬ ਕਿ ਇਹ ਇੰਟਰਫੇਸ ਪ੍ਰੋਵਾਈਡ ਕੌਣ ਕਰਦੀ ਹੈ, ਲੇਅਰ ਨੈਟਵਰਕ ਲੇਅਰ ਪ੍ਰੋਵਾਈਡ ਕਰਦੀ ਹੈ ਕਿ ਜਿਹੜਾ ਹਾਰਡਵੇਅਰ ਆ ਉਹਨੂੰ ਕੰਪੈਟੀਬਿਲਿਟੀ ਬਣਾਉਂਦੀ ਹੈ ਕਿਹਦੇ ਨਾਲ, ਨੈਟਵਰਕ ਦੇ ਨਾਲ, ਕਿ ਉਹ ਡਾਟਾ ਵਗੈਰਾ ਸ਼ੇਅਰ ਕਰ ਸਕੇ। ਉਹ ਕੌਣ ਬਣਾਊਗੀ, ਨੈਟਵਰਕ ਲੇਅਰ ਬਣਾਊਗੀ। ਤਾਂ ਇਹਦਾ ਕੰਮ ਕੀ ਆ, ਦੇਖੋ ਕਹਿੰਦਾ ਆਪਰੇਟਿੰਗ ਸਿਸਟਮ ਦੇ ਨਾਲ ਕੀ ਮੈਚ ਕਰਦੀ ਹੈ, ਇੱਕ ਨੈਟਵਰਕ ਇੰਟਰਫੇਸ ਕਾਰਡ ਨੂੰ ਅਟੈਚ ਕਰਦੀ ਹੈ ਤਾਂ ਜੋ ਸਿਸਟਮ ਕੀ ਕਰ ਸਕੇ, ਕੈਪੇਬਿਲਿਟੀ ਬਣਾ ਸਕੇ ਸਿਸਟਮ ਦੀ ਡਾਟਾ ਸੈਂਡ ਕਰਨ ਵਾਸਤੇ ਨੈਟਵਰਕ ਦੇ ਉੱਪਰ, ਠੀਕ ਹੈ ਰਾਜੇ। ਤਾਂ ਕਮਿਊਨੀਕੇਸ਼ਨ ਮਤਲਬ ਸਮਝ ਲਓ ਕਿ ਕਮਿਊਨੀਕੇਸ਼ਨ ਕ੍ਰੀਏਟ ਕਰਨ ਵਾਸਤੇ, ਠੀਕ ਹੈ, ਮਤਲਬ ਕਿ ਆਨਲਾਈਨ, ਤਾਂ ਇਹ ਕੀ ਯੂਜ਼ ਕਰੂਗੀ, ਕੁਝ ਡਿਵਾਈਸਿਸ ਯੂਜ਼ ਕਰੂਗੀ, ਜਿਵੇਂ ਨੈਟਵਰਕ ਇੰਟਰਫੇਸ ਕਾਰਡ ਹੋ ਗਿਆ, ਤੁਹਾਡਾ ਮੋਡਮ ਹੋ ਗਿਆ। ਤਾਂ ਮੋਡਮ ਦੇ ਥਰੂ ਵੀ ਡਾਟਾ ਕੀ ਹੁੰਦਾ, ਸੈਂਡ ਹੁੰਦਾ। ਤਾਂ ਮੋਡਮ ਵੀ ਚਾਹੀਦਾ ਹੁੰਦਾ ਆਪਾਂ ਨੂੰ, ਨੈਟਵਰਕ ਇੰਟਰਫੇਸ ਕਾਰਡ ਵੀ ਚਾਹੀਦਾ ਹੁੰਦਾ। ਇਹ ਸਾਰਾ ਕੁਝ ਰਿਕੁਆਇਰਡ ਹੁੰਦਾ ਨੈਟਵਰਕ ਲੇਅਰ ਦੇ ਥਰੂ, ਠੀਕ ਹੈ ਜੀ। ਹੁਣ ਨੈਕਸਟ ਆਪਾਂ ਦੇਖਦੇ ਹਾਂ ਇਹਦੇ ਵਿੱਚ ਕੀ ਹੈ ਹੋਰ। ਇਹਦੇ ਵਿੱਚ ਰਾਜੇ ਜਿਵੇਂ ਮੇਨ ਕੰਮ ਕਰਦੀ ਹੈ ਇਹ ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕੋਲ। ਤਾਂ ਇਹਦੇ ਇਸ ਲੇਅਰ ਦੇ ਵਿੱਚ ਕਿਹੜਾ ਮਤਲਬ ਕਿ ਪ੍ਰੋਟੋਕੋਲ ਯੂਜ਼ ਹੁੰਦਾ ਤੁਹਾਡਾ, ARP ਜਾਂ PPP, ਇਹਨੂੰ ਕਹਿ ਦਿੰਦੇ ਆ ਪੁਆਇੰਟ ਟੂ ਪੁਆਇੰਟ ਪ੍ਰੋਟੋਕੋਲ। ਪੁਆਇੰਟ ਟੂ ਪੁਆਇੰਟ ਹੁੰਦਾ, ਮੰਨ ਲਓ ਕਿ ਇਸ ਕੰਪਿਊਟਰ ਨੇ ਡਾਇਰੈਕਟ ਇਹਨੂੰ ਸੈਂਡ ਕਰਨਾ ਡਾਟਾ ਤਾਂ ਪੁਆਇੰਟ ਟੂ ਪੁਆਇੰਟ ਜਾਏਗਾ ਡਾਟਾ, ਡਾਇਰੈਕਟ ਲਿੰਕ, ਠੀਕ ਹੈ। ਤਾਂ ਇਹਨੂੰ ਡਾਇਰੈਕਟ ਲਿੰਕ ਵੀ ਕਹਿ ਦਿੰਦੇ ਆ, ਪੁਆਇੰਟ ਟੂ ਪੁਆਇੰਟ ਵੀ ਕਹਿ ਦਿੰਦੇ ਆ। ਤਾਂ ਬਸ ਇਹ ਸਾਰਾ ਕੁਝ ਸੰਭਾਲੂਗੀ ਤੁਹਾਡੀ ਲਾਸਟ ਲੇਅਰ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ ਰਾਜੇ। ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਜ਼ਰੂਰ ਕਰ ਦਿਓ ਭਾਈ, ਸ਼ੇਅਰ ਕਰ ਦਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਵੇਂ ਹੋ। ਹੁਣ ਆਪਾਂ ਕਰਨਾ ਕੀ ਹੈ ਤੁਹਾਨੂੰ ਮੈਂ ਦੱਸ ਦਿੰਦਾ ਥੋੜਾ ਜਿਹਾ। ਅੱਜ ਦੀ ਰਾਤ 12 ਵਜੇ ਤੱਕ ਤੁਸੀਂ ਪੜ੍ਹ ਸਕਦੇ ਹੋ ਕੋਈ ਵੀ ਨਵਾਂ ਟੌਪਿਕ। ਕੱਲ ਤੁਸੀਂ ਕੋਈ ਵੀ ਨਵਾਂ ਟੌਪਿਕ ਨਹੀਂ ਪੜ੍ਹਨਾ ਗਾ, ਸਿਰਫ ਕੱਲ ਤੁਸੀਂ ਕੀ ਕਰਨੀ ਹੈ, ਰਿਵੀਜ਼ਨ ਕਰਨੀ ਹੈ। ਕਿਉਂਕਿ ਇੱਕ ਦਿਨ ਮਾਈਂਡ ਮਤਲਬ ਕਿ ਰਿਲੈਕਸ ਕਰਨਾ ਜ਼ਰੂਰੀ ਹੁੰਦਾ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ। ਤੇ ਹੁਣ ਆਪਾਂ ਤੁਹਾਨੂੰ ਮੈਂ ਦੱਸ ਦਿੰਦਾ ਤੁਹਾਡੇ ਵਾਸਤੇ ਜ਼ਰੂਰੀ ਕੀ ਸੀਗਾ। ਇੱਕ ਤੁਸੀਂ ਪੜ੍ਹਨੇ ਆ IP ਕਲਾਸਿਸ। IP ਕੀ ਹੁੰਦਾ, ਇੰਟਰਨੈਟ ਪ੍ਰੋਟੋਕੋਲ। ਉਹਦੇ ਵਿੱਚ ਨਾ ਕਲਾਸਿਸ ਯੂਜ਼ ਹੁੰਦੀਆਂ ਨੇ। ਤਾਂ ਕਲਾਸਿਸ ਕਿੰਨੀਆਂ ਹੁੰਦੀਆਂ ਨੇ, 4 ਹੁੰਦੀਆਂ ਨੇ, ABCD। ਤਾਂ ਬਸ ਇਹਦੇ ਵਿੱਚ ਨਾ ਇੱਕ ਨੰਬਰ ਹੁੰਦਾ, ਜਿਵੇਂ ਇਹ ਹੁੰਦੀ ਹੈ 1 ਤੋਂ ਲੈ ਕੇ 126 ਤੱਕ ਕੁਛ, ਠੀਕ ਹੈ, ਨੰਬਰ ਹੁੰਦੇ ਆ। ਇਹ ਨੰਬਰ ਤੁਸੀਂ ਪੜ੍ਹਨੇ ਕਿੰਨੇ ਹੁੰਦੇ। ਜੇ ਨਾ ਪਤਾ ਚੱਲੂਗਾ ਤਾਂ ਮੈਂ ਟੈਲੀਗ੍ਰਾਮ 'ਤੇ ਤੁਹਾਨੂੰ ਲਿੰਕ ਸੈਂਡ ਕਰ ਦੂੰਗਾ, ਉੱਥੋਂ ਤੁਸੀਂ ਕੀ ਹੈ ਸੈਲਫ ਸਟੱਡੀ ਕਰ ਲਿਓ। ਇੱਕ ਤਾਂ ਟੌਪਿਕ ਤੁਸੀਂ ਇਹ ਪੜ੍ਹਨਾ IP ਕਲਾਸਿਸ। ਇਸ ਤੋਂ ਬਾਅਦ ਤੁਸੀਂ ਇਹ ਪੜ੍ਹ ਹੀ ਲਿਆ ਹੋਊਗਾ IP ਵਰਜ਼ਨ 4 ਤੇ 6, ਠੀਕ ਹੈ। ਇਹ ਵੀ ਪੜ੍ਹਨਾ ਤੁਸੀਂ ਬਹੁਤ ਜ਼ਰੂਰੀ ਹੈ ਐਗਜ਼ਾਮ ਦੇ ਵਾਸਤੇ। ਅੱਛਾ, ਹੁਣ ਤੁਹਾਨੂੰ ਮੈਂ ਇੱਕ ਵਰਬਲੀ ਟੌਪਿਕ ਕਰਾ ਦਿੰਦਾ। ਇੱਕ ਹੁੰਦਾ ਟਰਾਂਸਮਿਸ਼ਨ ਦੇ ਮੋਡ ਹੁੰਦੇ ਆ, ਤੁਸੀਂ ਸੁਣੇ ਵੀ ਹੋਣਗੇ ਸ਼ਾਇਦ, ਤੁਸੀਂ ਕਰ ਵੀ ਲਏ ਹੋਣਗੇ ਮੇਰੇ ਹਿਸਾਬ ਨਾਲ। ਇੱਕ ਹੁੰਦਾ ਸਿੰਪਲੈਕਸ। ਸਿੰਪਲੈਕਸ ਕੀ ਹੁੰਦਾ ਰਾਜੇ, ਸਿੰਪਲੈਕਸ ਦਾ ਮਤਲਬ ਕੀ ਹੈ, ਇਹਦੇ ਵਿੱਚ ਡਾਟਾ ਇੱਕ ਸਾਈਡ ਨੂੰ ਸੈਂਡ ਹੋ ਸਕਦਾ ਹੈ।
मतलब कि सिर्फ एक साइड ਨੂੰ ਸੈਂਡ ਹੋ ਸਕਦਾ ਹੈ। ਮੰਨ ਲਓ ਆਹ ਕੰਪਿਊਟਰ ਹੈ ਤੇ ਆਹ ਮਤਲਬ ਕਿ ਆਹ ਡਿਵਾਈਸ ਹੈ ਤੇ ਆਹ ਕੰਪਿਊਟਰ ਹੈ। ਜਿਵੇਂ ਹੁਣ ਮੰਨ ਲਓ ਕੀਬੋਰਡ ਹੋ ਗਿਆ, ਕੀਬੋਰਡ ਤੋਂ ਸਿਰਫ ਆਪਾਂ ਡਾਟਾ ਇਨਪੁਟ ਕਰ ਸਕਦੇ ਹਾਂ, ਆਊਟਪੁੱਟ ਤਾਂ ਨਹੀਂ ਕਰ ਸਕਦੇ। ਕੀਬੋਰਡ ਸਿਰਫ ਐਂਟਰ ਕਰਨ ਦੇ ਕੰਮ ਆਉਂਦਾ, ਆਊਟਪੁੱਟ ਦੇਖਣ ਦੇ ਕੰਮ ਨਹੀਂ ਆਉਂਦਾ ਗਾ। ਤਾਂ ਇਹ ਕੀ ਹੋ ਗਿਆ ਕਿ ਸਿੰਪਲੈਕਸ ਮੋਡ ਹੋ ਗਿਆ, ਮਤਲਬ ਕਿ ਇੱਕ ਤਰਫਾ ਹੀ ਡਾਟਾ ਕੀ ਕਰ ਸਕਦੇ ਹਾਂ ਆਪਾਂ, ਸੈਂਡ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਟਾਈਮ ਘੱਟ ਸੀ, ਨਹੀਂ ਤੁਹਾਨੂੰ ਮੈਂ ਪ੍ਰੈਜੈਂਟੇਸ਼ਨ ਬਣਾ ਕੇ ਪ੍ਰੋਪਰ ਢੰਗ ਨਾਲ ਸਮਝਾਉਂਦਾ। ਦੂਜਾ ਕੀ ਹੈ, ਹੁਣ ਹੈਗਾ ਹਾਫ ਡੁਪਲੈਕਸ। ਠੀਕ ਹੈ, ਪਲੀਜ਼ ਇਹਨੂੰ ਪੜ੍ਹ ਲਿਓ। ਠੀਕ ਹੈ, ਕਿਉਂਕਿ ਟਾਈਮ ਘੱਟ ਸੀਗਾ ਇਸ ਕਰਕੇ ਮੈਂ ਇੱਦਾਂ ਕਰਵਾ ਰਿਹਾ। ਕਹਿੰਦੇ ਹੁੰਦੇ ਆ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਹੈ ਨਾ, ਨਾ ਕਰਨ ਦੇ ਨਾਲੋਂ ਤਾਂ ਕੁਛ ਚੰਗਾ ਕਿ ਇੱਥੇ ਮੈਂ ਤੁਹਾਨੂੰ ਕਰਵਾ ਦੇਵਾਂ। ਹਾਫ ਡੁਪਲੈਕਸ ਦੇ ਵਿੱਚ ਕੀ ਹੁੰਦਾ, ਜਿਵੇਂ ਤੁਹਾਡੇ ਵੋਕੀ ਟੋਕੀ ਹੁੰਦੇ ਆ, ਡਾਟਾ ਦੋਨੋਂ ਤਰਫ ਤਾਂ ਸੈਂਡ ਹੋ ਜਾਊਗਾ ਰਾਜੇ, ਪਰ ਇੱਕੋ ਟਾਈਮ ਤੇ ਨਹੀਂ ਹੋਊਗਾ। ਮੰਨ ਲਓ ਜੇ ਇਹ ਸੈਂਡਰ ਹੈ ਤੇ ਇਹ ਰਿਸੀਵਰ ਹੈ, ਤਾਂ ਡਾਟਾ ਅਗਰ ਸੈਂਡ ਕਰ ਰਿਹਾ ਤਾਂ ਇਹਨੂੰ ਸੁਣਨਾ ਪਊਗਾ। ਹੁਣ ਜਿਵੇਂ ਮੰਨ ਲਓ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਤਾਂ ਕੀ ਹੋ ਗਿਆ, ਹਾਫ ਡੁਪਲੈਕਸ। ਜਦੋਂ ਤੁਸੀਂ ਬੋਲੋਗੇ ਮੈਂ ਸੁਣਾਂਗਾ, ਠੀਕ ਹੈ, ਤਾਂ ਮਤਲਬ ਇੱਕ ਟਾਈਮ ਤੇ ਇੱਕ ਕੰਮ ਹੀ ਹੋਊਗਾ, ਜਾਂ ਸੈਂਡ ਹੋਊਗਾ ਜਾਂ ਰਿਸੀਵ ਹੋਊਗਾ। ਜਿਵੇਂ ਵੋਕੀ ਟੋਕੀ ਹੁੰਦੇ ਆ, ਜਿਵੇਂ ਉਹ ਗੱਲ ਕਰਦੇ ਆ ਨਾ ਕਿ ਓਵਰ, ਜਦੋਂ ਓਵਰ ਬੋਲਦਾ ਤਾਂ ਅਗਲਾ ਬੰਦਾ ਤਾਂ ਬੋਲਦਾ। ਓਵਰ ਤਾਂ ਹੀ ਬੋਲਦੇ ਸੀਗੇ ਕਿ ਉਹ ਇਕੱਠਾ ਨਹੀਂ ਕੰਮ ਕਰ ਸਕਦਾ, ਉਹ ਕਿਉਂ, ਕੀ ਹੁੰਦਾ, ਹਾਫ ਡੁਪਲੈਕਸ ਮੋਡ ਦੇ ਵਿੱਚ ਹੁੰਦਾ। ਹੁਣ ਆਪਾਂ ਗੱਲ ਕਰਦੇ ਹਾਂ ਥਰਡ ਵਨ, ਜਿਹੜੀ ਕਿ ਸਭ ਤੋਂ ਇੰਪੋਰਟੈਂਟ ਹੈ ਰਾਜੇ, ਫੁੱਲ ਡੁਪਲੈਕਸ। ਫੁੱਲ ਡੁਪਲੈਕਸ ਜਿਹਦੇ ਵਿੱਚ ਕੀ ਆ, ਡਾਟਾ ਦੋਨੇ ਟਾਈਮ ਤੇ ਸੈਂਡ ਹੋ ਸਕਦਾ, ਸੈਂਡ ਵੀ ਹੋ ਸਕਦਾ, ਰਿਸੀਵ ਵੀ ਹੋ ਸਕਦਾ। ਜਿਵੇਂ ਆਪਣੇ ਟੈਲੀਫੋਨ ਹੋ ਗਏ, ਮੋਬਾਈਲ ਹੋ ਗਏ, ਆਪਾਂ ਗੱਲ ਕਰਦੇ ਹਾਂ ਨਾ, ਅਗਲੇ ਨਾਲ ਗੱਲ ਕਰਦੇ ਹਾਂ ਤਾਂ ਅਗਲਾ ਨਾਲ ਦੀ ਅੱਗੋਂ ਜਵਾਬ ਵੀ ਦੇ ਸਕਦਾ ਹੈ। ਆਪਾਂ ਨੂੰ ਵਿੱਚ ਬ੍ਰੇਕ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਨਾ ਕੁਝ ਓਵਰ ਬੋਲਣ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ, ਤਾਂ ਇਹ ਹੋ ਗਿਆ ਫੁੱਲ ਡੁਪਲੈਕਸ। ਬਸ ਇਹ ਤੁਸੀਂ ਪੜ੍ਹ ਲੈਣੇ ਸੀਗੇ। ਇਸ ਤੋਂ ਬਾਅਦ ਇੱਕ ਟੌਪਿਕ ਹੋਰ ਹੈ, ਨੈਟਵਰਕ ਡਿਵਾਈਸਿਸ ਪੜ੍ਹਨੀਆਂ ਤੁਸੀਂ। ਜਿਵੇਂ ਮੰਨ ਲਓ ਬ੍ਰਿਜ ਹੋ ਗਿਆ, ਇੱਕ ਪੜ੍ਹਨਾ ਤੁਸੀਂ ਸਵਿੱਚ। ਠੀਕ ਹੈ, ਸਵਿੱਚ ਹੋ ਗਿਆ ਤੁਹਾਡਾ, ਸਵਿੱਚ ਹੋ ਗਿਆ, ਮੋਡਮ ਹੋ ਗਿਆ। ਠੀਕ ਹੈ, ਮੋਡਮ ਤੁਹਾਨੂੰ ਵੈਸੇ ਮੈਂ ਪੜ੍ਹਾ ਚੁੱਕਿਆ। ਸਵਿੱਚ ਹੋ ਗਿਆ, ਮੋਡਮ ਹੋ ਗਿਆ, ਬ੍ਰਿਜ ਹੋ ਗਿਆ। ਠੀਕ ਹੈ, ਬ੍ਰਿਜ ਹੋ ਗਿਆ, ਹੱਬ ਹੋ ਗਈ ਤੁਹਾਡੀ। ਮਤਲਬ ਕਿ ਇੱਦਾਂ ਦੀ ਨੈਟਵਰਕ ਡਿਵਾਈਸਿਸ ਜ਼ਰੂਰ ਪੜ੍ਹ ਲਿਓ, ਚਾਹੇ ਇੱਕ ਇੱਕ ਲਾਈਨ ਪੜ੍ਹ ਲਿਓ ਕੀ ਕੰਮ ਕਰਦੀਆਂ ਨੇ। ਵੈਸੇ ਮੈਂ MCQ ਦੇ ਵਿੱਚ ਕਵਰ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਮੈਂ ਬ੍ਰਿਜ ਦੇ ਉੱਪਰ ਪਾਇਆ ਸੀਗਾ। ਬ੍ਰਿਜ ਕੀ ਕਰਦਾ, ਦੋ ਲੋਕਲ ਨੈਟਵਰਕ ਨੂੰ ਜੋੜਨ ਵਾਸਤੇ ਕੰਮ ਆਉਂਦਾ, ਜਿੱਥੇ ਕੀ ਆ ਦੋਨਾਂ ਦੇ ਵਿੱਚ ਪ੍ਰੋਟੋਕੋਲ ਸੇਮ ਹੋਣ। ਠੀਕ ਹੈ, ਤਾਂ ਇੱਦਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਰਾਜੇ। ਤਾਂ ਤੁਸੀਂ ਇਹਨਾਂ ਨੂੰ ਇੱਕ ਵਾਰੀ ਪਲੀਜ਼ ਥੋੜ੍ਹਾ ਥੋੜ੍ਹਾ ਪੜ੍ਹ ਲਿਓ, ਚਾਹੇ ਇੱਕ ਇੱਕ ਲਾਈਨ ਦੋ ਲਾਈਨਾਂ ਪੜ੍ਹ ਲਿਓ, ਪਰ ਪੜ੍ਹ ਕੇ ਜ਼ਰੂਰ ਜਾਇਓ, ਕਿਉਂਕਿ ਬਹੁਤ ਇੰਪੋਰਟੈਂਟ ਸੀਗੇ ਇਹ। ਤੇ ਆਈ ਹੋਪ ਤੁਹਾਨੂੰ ਕਾफ़ੀ ਹੈਲਪ ਹੋਈ ਹੋਊਗੀ ਵੀਡੀਓ ਤੋਂ। ਤੇ ਬਾਕੀ ਮੈਨੂੰ ਐਕਚੁਅਲੀ ਨਾ ਜੋਬ ਤੋਂ ਛੁੱਟੀ ਨਹੀਂ ਮਿਲੀ, ਮੈਂ ਕੋਸ਼ਿਸ਼ ਸੀਗੀ ਵੀ ਕੱਲ੍ਹ ਦੇ ਦਿਨ ਛੁੱਟੀ ਲੈ ਕੇ ਸਾਰਾ ਦਿਨ ਤੁਹਾਨੂੰ ਕੁਝ ਕਰਵਾ ਦੇਵਾਂ। ਸੌਰੀ ਉਹਦੇ ਵਾਸਤੇ ਗਾਇਸ, ਸੌਰੀ, ਦਿਲ ਤੋਂ ਸੌਰੀ, ਕਿਉਂਕਿ ਟਾਈਮ ਬਹੁਤ ਘੱਟ ਸੀਗਾ। ਕੋਸ਼ਿਸ਼ ਮੈਂ ਬਹੁਤ ਕੀਤੀ ਕਿ ਤੁਹਾਨੂੰ ਸਿਲੇਬਸ ਕਰਵਾ ਦੇਵਾਂ, ਪਰ ਡੋਂਟ ਵਰੀ, ਜਿੰਨਾ ਮੈਂ ਕਰਵਾਤਾ ਵੈਸੇ ਬਹੁਤ ਹੈ, ਸਫੀਸ਼ੈਂਟ ਹੈ, ਮੋਰ ਦੈਨ ਸਫੀਸ਼ੈਂਟ ਹੈ। ਪਰ ਫਿਰ ਵੀ ਇੱਕ ਹੁੰਦਾ ਨਾ ਕਿ ਮਤਲਬ ਕਿ ਹਾਈ ਲੈਵਲ ਤੋਂ ਵੀ 100% ਤੋਂ ਵੀ ਉੱਪਰ ਤਿਆਰੀ ਕਰਨੀ, 101%, ਤਾਂ ਉਹ ਆਪਣੀ 101% ਨਹੀਂ ਹੋਏਗੀ, ਐਂ ਕਹਿ ਸਕਦੇ ਹਾਂ 99.9 ਹੋਈ ਹੈ। ਠੀਕ ਹੈ, ਤਾਂ ਇਸ ਤੋਂ ਬਾਅਦ ਹੁਣ ਆਪਾਂ ਪਟਵਾਰੀ ਵਾਸਤੇ ਮੈਂ ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। 1 ਫਰਵਰੀ ਤੋਂ ਤੁਹਾਨੂੰ ਰੈਗੂਲਰ ਕਲਾਸਿਸ ਮਿਲਣਗੀਆਂ ਰਾਜੇ ਚੈਨਲ ਦੇ ਉੱਪਰ, ਰੈਗੂਲਰ ਕਲਾਸਿਸ ਮਿਲਣਗੀਆਂ। ਉਹਦੀ ਤਿਆਰੀ ਆਪਾਂ 101% ਕਰਾਂਗੇ, ਬੇਸਿਕ ਟੂ ਹਾਈ। ਤੇ ਬਾਕੀ ਇੱਕ ਰੇਸ ਅਕੈਡਮੀ ਤੇ ਆਪਣਾ ਪੇਡ ਕੋਰਸ ਵੀ ਚੱਲ ਰਿਹਾ ਰਾਜੇ, ਜੇ ਕੋਈ ਲੈਣਾ ਚਾਹੁੰਦਾ। ਉਹਦੇ ਵਿੱਚ ਕੀ ਆ, ਤੁਹਾਨੂੰ ਡੇਲੀ 1 ਘੰਟੇ ਦੀ ਕਲਾਸ ਮਿਲੂਗੀ ਕੰਪਿਊਟਰ ਦੀ, ਹਰ ਇੱਕ ਸਬਜੈਕਟ ਦੀ 1 ਘੰਟੇ ਦੀ ਕਲਾਸ ਮਿਲੂਗੀ। ਉਹਦਾ ਵੈਸੇ ਤਾਂ ਫੀਸ ਜ਼ਿਆਦਾ ਹੈ, ਇਸ ਟਾਈਮ ਉੱਤੇ ਡਿਸਕਾਊਂਟ ਵਗੈਰਾ ਚੱਲ ਰਿਹਾ, ਤੁਸੀਂ ਜਾ ਕੇ ਦੇਖ ਸਕਦੇ ਹੋ। ਰੇਸ ਅਕੈਡਮੀ ਐਪ ਤੁਸੀਂ ਡਾਊਨਲੋਡ ਕਰ ਲਿਓ, ਉੱਥੇ ਕੰਪਿਊਟਰ ਮੈਂ ਪੜ੍ਹਾ ਰਿਹਾ। ਬਾਕੀ YouTube 'ਤੇ ਵੀ ਪੜ੍ਹਾਊਂਗਾ, ਉੱਥੇ ਮਤਲਬ ਇਹ ਹੁੰਦਾ ਕਿ ਤੁਹਾਨੂੰ ਟਾਈਮ ਟੇਬਲ ਮਿਲ ਜੂਗਾ, ਡੇਲੀ 1 ਘੰਟੇ ਦੀ ਕਲਾਸ ਮਿਲੂਗੀ। ਚਲੋ ਥੈਂਕ ਯੂ, ਬੈਸਟ ਆਫ ਲੱਕ ਫॉर ਯੂਅਰ ਐਗਜ਼ਾਮ। ਬਾਕੀ ਮੇਰੀ ਕੋਸ਼ਿਸ਼ ਰਹੂਗੀ ਕਿ ਕੱਲ੍ਹ ਤੁਹਾਨੂੰ ਸੁਬਾਹ ਜਾਂ ਦੁਪਹਿਰ ਤੱਕ ਵੀਡੀਓ ਮਿਲ ਜੇ, ਉਹਦੇ ਵਿੱਚ ਮੈਂ MCQ ਕਰਾਉਣ ਦੀ ਕੋਸ਼ਿਸ਼ ਕਰੂੰਗਾ। ਜੇ ਨਾ ਮਿਲੀ ਭਾਈ ਉਹਦੇ ਵਾਸਤੇ ਵੀ ਸੌਰੀ। ਟਾਈਮ ਮੈਂ ਜ਼ਰੂਰ ਕਰੂੰਗਾ, ਕੋਸ਼ਿਸ਼ ਕਿ ਕੱਢ ਲਵਾਂ, ਕਾਲਜ ਦੇ ਵਿੱਚ ਬੈਠ ਕੇ ਕਿਤੇ ਮੈਂ ਰਿਕਾਰਡ ਕਰ ਲਵਾਂ। ਤੇ ਬਹੁਤ ਵਧੀਆ ਪੇਪਰ ਕਰਕੇ ਆਉਣਾ, ਕੋਈ ਟੈਨਸ਼ਨ ਫਰੀ ਜਾਣਾ, ਮਾਈਂਡ ਰਿਲੈਕਸ ਕਰਕੇ ਜਾਇਓ। ਜਿੰਨਾ ਪੜ੍ਹ ਲਿਆ ਬਹੁਤ ਹੈ। ਠੀਕ ਹੈ, ਬਸ ਹੁਣ ਤੁਸੀਂ ਰਿਵੀਜ਼ਨ ਕਰਨੀ ਹੈ, ਤੇ ਆਹ ਟੌਪਿਕ ਜਿਹੜਾ ਮੈਂ ਦੱਸਿਆ ਇਹ ਜ਼ਰੂਰ ਇੱਕ ਵਾਰੀ ਪੜ੍ਹ ਲਿਓ। ਧੰਨਵਾਦ, ਬਾਬਾ ਮਿਹਰ ਕਰੇ, ਸਭ ਦੀਆਂ ਮਿਹਨਤਾਂ ਨੂੰ ਫਲ ਲਾਵੇ, ਤੁਸੀਂ ਸਾਰੇ ਬਣ ਜਾਓ ਸੁਪਰੀਡੈਂਟ। ਧੰਨਵਾਦ ਜੀ।